ਹੈਲੋ ਜੀ, ਸਤਿ ਸ਼੍ਰੀ ਅਕਾਲ। ਵੈਲਕਮ ਹੈ ਤੁਹਾਡਾ ਸਭ ਦਾ ਸਤਲੁਜ ਆਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ। ਤਾਂ ATT ਸੈਕੰਡ ਪੇਪਰ ਦੀ ਆਪਾਂ ਪ੍ਰੀਪਰੇਸ਼ਨ ਕਰ ਰਹੇ ਸੀ, ਜਿਹਦੇ ਵਿੱਚ ਆਪਾਂ ਜਿਓਗ੍ਰਾਫੀ ਦਾ ਚੈਪਟਰ ਨੰਬਰ 1 ਭਾਰਤ ਜਾਣ ਪਛਾਣ ਜਿਹੜਾ ਹੈ ਕਵਰ ਕਰ ਲਿਆ ਸੀ। ਉਹਦੀ ਆਪਾਂ ਥਿਓਰੀ ਕਲਾਸ ਤੇ MCQ ਸੀ ਜਿਹੜੇ ਆਪਾਂ ਲਗਾ ਚੁੱਕੇ ਹਾਂ। ਤੇ ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕਰਾਂਗੇ ਸੈਕੰਡ ਚੈਪਟਰ ਧਰਾਤਲ ਦੇ ਬਾਰੇ। ਤੇ ਇਹ ਜੋ ਪੁਆਇੰਟ ਨੇ, ਜੋ ਡਾਟਾ ਹੈ, ਮੈਂ ਪੰਜਾਬ ਬੋਰਡ ਦੀ SCERT ਤੇ NCERT ਬੁੱਕਸ ਵਿੱਚੋਂ ਲਿੱਤਾ ਗਿਆ ਹੈ, ਜੋ ਕਿ ਬਿਲਕੁਲ ਆਥੈਂਟਿਕ ਹੈ। ਤੇ ਐਗਜ਼ਾਮ ਦੇ ਅੰਦਰ ਜੋ ਪੁਆਇੰਟ ਕੁਐਸਚਨ ਬਣਦੇ ਨੇ ਉਹ ਵੀ ਆਪਣੇ SCERT ਤੇ NCERT ਵਿੱਚੋਂ ਹੀ ਬਣਦੇ ਨੇ। ਠੀਕ ਹੈ ਜੀ, ਚਲੋ ਸਟਾਰਟ ਕਰਦੇ ਹਾਂ ਕਲਾਸ ਨੂੰ। ਤਾਂ ਜਿੰਨੇ ਵੀ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦਬਾ ਲਵੋ, ਤਾਂ ਕਿ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤਾਂ ਸਟਾਰਟ ਕਰਦੇ ਹਾਂ ਕਲਾਸ ਨੂੰ। ਪਹਿਲਾ ਪੁਆਇੰਟ ਹੈ, ਭਾਰਤ ਦੇਸ਼ ਦਾ ਧਰਾਤਲ ਇੱਕਸਾਰ ਨਹੀਂ ਹੈ। ਇਸ ਦੇ ਉੱਤਰੀ ਹਿੱਸੇ ਵਿੱਚ ਹਿਮਾਲਿਆ ਪਰਬਤ ਅਤੇ ਦੱਖਣੀ ਭਾਗ ਵਿੱਚ ਪੁਰਾਣੀਆਂ ਚੱਟਾਨਾਂ ਦੀ ਬਣੀ ਹੋਈ ਪਠਾਰੀ ਪਲੇਟ ਜੜੀ ਹੋਈ ਹੈ। ਯਾਨੀ ਕਿ ਆਪਣੇ ਇੰਡੀਆ ਦੇ ਵਿੱਚ ਜੋ ਧਰਾਤਲ ਹੈ ਉਹ ਕਿਤੇ ਵੀ ਇਕਸਾਰ ਨਹੀਂ ਹੈ। ਅਲੱਗ-ਅਲੱਗ ਥਾਵਾਂ 'ਤੇ ਜਿਹੜਾ ਇਹਦਾ ਰੂਪ ਹੈ, ਆਕਾਰ ਹੈ, ਬਦਲ ਜਾਂਦਾ ਹੈ। ਜੇ ਆਪਾਂ ਗੱਲ ਕਰੀਏ ਤਾਂ ਭਾਰਤ ਦੇ ਅੰਦਰ ਜਿਹੜੇ ਨੇ ਪਹਾੜ ਵੀ ਪਾਏ ਜਾਂਦੇ ਨੇ, ਪਹਾੜੀਆਂ ਵੀ ਹੈ, ਪਠਾਰੀ ਇਲਾਕਾ ਵੀ ਹੈ ਅਤੇ ਨਾਲ ਦੇ ਨਾਲ ਮੈਦਾਨੀ ਇਲਾਕਾ ਵੀ ਹੈ। ਠੀਕ ਹੈ, ਅਤੇ ਆਪਣੇ ਜਿਹੜੇ ਉੱਤਰ ਵੱਲ ਵਾਲਾ ਇਲਾਕਾ ਹੈ, ਯਾਨੀ ਕਿ ਆਪਣਾ ਜੰਮੂ ਕਸ਼ਮੀਰ ਹੋ ਗਿਆ ਜਾਂ ਉੱਤਰਾਖੰਡ ਵਾਲਾ ਹੋ ਗਿਆ, ਹਿਮਾਚਲ ਪ੍ਰਦੇਸ਼, ਤਾਂ ਉੱਥੇ ਜਿਹੜੇ ਪਹਾੜ ਨੇ ਕਿਹੜੇ ਨੇ? ਹਿਮਾਲਿਆ ਦੇ ਪਹਾੜ ਨੇ। ਠੀਕ ਹੈ। ਸੈਕਿੰਡ ਪੁਆਇੰਟ ਹੈ, ਭਾਰਤ ਦੇ ਕੁੱਲ ਖੇਤਰਫਲ ਦੀਆਂ ਭੌਤਿਕ ਇਕਾਈਆਂ ਅਨੁਸਾਰ ਵੰਡ ਕੀਤੀ ਗਈ ਹੈ। ਅਤੇ ਕੀ ਵੰਡ ਹੈ ਜੀ? 10.7% ਪਰਬਤ ਨੇ, 18.6% ਪਹਾੜੀਆਂ, 27.7% ਪਠਾਰ ਅਤੇ 43.0% ਮੈਦਾਨੀ ਭਾਗ। ਇਹ ਜੋ ਡਾਟਾ ਹੈ ਇਹ ਇੰਪੋਰਟੈਂਟ ਹੈ। ਠੀਕ ਹੈ, ਕਿ ਆਪਣੇ ਭਾਰਤ ਦਾ ਕੁੱਲ ਖੇਤਰਫਲ ਜਿਹੜਾ ਹੈ ਉਹਨੂੰ ਅਲੱਗ-ਅਲੱਗ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਿੱਥੇ ਪਹਾੜੀ ਨੇ ਤਾਂ ਕਿੱਥੇ ਪਰਬਤ ਨੇ। ਅਗਰ ਕਿਸੇ ਇਲਾਕੇ 'ਚ ਪਠਾਰ ਪਾਏ ਜਾਂਦੇ ਨੇ ਤਾਂ ਕਿਸੇ ਇਲਾਕੇ 'ਚ ਮੈਦਾਨੀ ਭਾਗ ਨੇ। ਤਾਂ ਟੋਟਲ ਇੰਡੀਆ ਦਾ ਖੇਤਰਫਲ ਯਾਨੀ ਕਿ ਏਰੀਆ ਹੈ, ਉਹਦੇ ਵਿੱਚੋਂ 10.7% ਕੀ ਹੈ? ਪਰਬਤੀ ਇਲਾਕਾ ਹੈ, ਜੋ ਕਿ ਆਪਣੇ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਇਸ ਵੱਲ ਜਾਂਦਾ ਹੈ। ਠੀਕ ਹੈ, ਉਹ ਜੋ ਇਲਾਕਾ ਹੈ ਉੱਥੇ ਪਰਬਤ ਪਾਏ ਜਾਂਦੇ ਨੇ। ਅਤੇ ਪਰਬਤ ਕਿਸ ਚੀਜ਼ ਦੇ ਨੇ? ਹਿਮਾਲਿਆ ਦੇ ਪਰਬਤ ਨੇ। ਤਾਂ ਪਰਬਤ ਦਾ ਛੋਟਾ ਰੂਪ ਕੀ ਹੈ? ਪਹਾੜੀਆਂ। ਅਤੇ ਪਹਾੜੀਆਂ ਪੂਰੇ ਖੇਤਰਫਲ ਦਾ 18.6% ਹੈ। ਅਤੇ ਜਿਹੜੇ ਪਠਾਰ ਨੇ, ਪਠਾਰ ਯਾਨੀ ਕਿ ਇਹੋ ਜਿਹੀ ਸਮਤਲ ਜਗ੍ਹਾ ਜੋ ਕਿ ਥੋੜ੍ਹੀ ਨੂੰ ਉੱਪਰ ਨੂੰ ਉੱਠੀ ਹੋਏ। ਠੀਕ ਹੈ, ਥੋੜ੍ਹਾ ਉੱਪਰ ਨੂੰ ਉੱਠਿਆ ਹੋਇਆ ਜਿਹੜਾ ਧਰਾਤਲ ਹੋਊਗਾ ਉਹਨੂੰ ਕਹਿੰਦੇ ਨੇ ਪਠਾਰ। ਅਤੇ ਕਿੰਨੇ ਪਰਸੈਂਟ ਹੈ ਇਹ? 27.7%। ਅਤੇ ਮੈਦਾਨੀ ਭਾਗ ਕਿੰਨਾ ਹੈ? 43.0% ਮੈਦਾਨੀ ਭਾਗ। ਜਿਵੇਂ ਕਿ ਜਿਹੜਾ ਸਮਤਲ ਮੈਦਾਨ ਨੇ, ਜਿੱਥੇ ਕਿ ਰਹਿਣਯੋਗ ਜਗ੍ਹਾ ਆਸਾਨੀ ਨਾਲ ਮਿਲ ਜਾਂਦੀ ਹੈ, ਜਿਵੇਂ ਆਪਣਾ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਹੋ ਗਿਆ। ਠੀਕ ਹੈ, ਮੱਧ ਪ੍ਰਦੇਸ਼ ਹੋ ਗਿਆ, ਬਿਹਾਰ ਹੋ ਗਿਆ, ਜਿੰਨੇ ਵੀ ਇਹ ਇਲਾਕੇ ਨੇ ਸਾਰੇ ਮੈਦਾਨੀ ਭਾਗ ਨੇ। ਅਤੇ ਸਭ ਤੋਂ ਜ਼ਿਆਦਾ ਇਲਾਕਾ ਕਿਹੜਾ ਹੈ? ਮੈਦਾਨੀ ਭਾਗ ਦਾ ਹੀ ਹੈ। ਕਿੰਨਾ? 43.0%। ਇਹ ਡਾਟਾ ਤੁਸੀਂ ਯਾਦ ਰੱਖਣਾ, ਕਿਉਂਕਿ ਐਗਜ਼ਾਮ 'ਚ ਕੁਐਸਚਨ ਬਣ ਸਕਦਾ ਹੈ ਕਿ ਭਾਰਤ ਦੇ ਕੁੱਲ ਖੇਤਰਫਲ ਦੀਆਂ ਭੌਤਿਕ ਇਕਾਈਆਂ ਦੇ ਅਨੁਸਾਰ ਮੈਦਾਨੀ ਭਾਗ ਕਿੰਨੇ ਪ੍ਰਤੀਸ਼ਤ ਹੈ? 43%। ਜਾਂ ਫਿਰ ਪਰਬਤੀ ਭਾਗ ਕਿੰਨੇ ਪਰਸੈਂਟ ਹੈ? ਤਾਂ 10.7%। ਨੈਕਸਟ ਪੁਆਇੰਟ ਦੇ ਹੋਰ ਚੱਲਦੇ ਹਾਂ। ਭਾਰਤ ਦੇ ਧਰਾਤਲ ਨੂੰ ਮੁੱਖ ਤੌਰ 'ਤੇ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿਹੜੇ ਕਿਹੜੇ ਨੇ? ਹਿਮਾਲਿਆ ਪਰਬਤੀ ਖੇਤਰ, ਉੱਤਰੀ ਵਿਸ਼ਾਲ ਮੈਦਾਨ, ਪ੍ਰਾਇਦਵੀਪੀय ਪਠਾਰ ਦਾ ਖੇਤਰ, ਤੱਟ ਦੇ ਮੈਦਾਨ ਜਾਂ ਭਾਰਤੀ ਦਵੀਪ। ਠੀਕ ਹੈ, ਯਾਨੀ ਕਿ ਇੰਡੀਆ ਦੇ ਵਿੱਚ ਜਿਹੜੇ ਨੇ ਪਹਾੜੀ ਵੀ ਪਾਏ ਜਾਂਦੇ ਨੇ, ਜੋ ਕਿ ਆਪਣੇ ਹਿਮਾਲਿਆ ਪਰਬਤੀ ਖੇਤਰ ਹੋਏਗਾ, ਅਤੇ ਮੈਦਾਨ ਵੀ ਨੇ। ਅਤੇ ਪ੍ਰਾਇਦਵੀਪੀय ਪਠਾਰ ਕੀ ਹੁੰਦਾ? ਪ੍ਰਾਇਦਵੀਪ ਦਾ ਮਤਲਬ ਹੁੰਦਾ ਹੈ ਕਿ ਇਹੋ ਜਿਹਾ ਇਲਾਕਾ ਜਿਹਦੇ 3 ਤਰਫ ਤਾਂ ਪਾਣੀ ਹੋਵੇ ਅਤੇ ਇੱਕ ਤਰਫ ਕੀ ਹੈ? ਧਰਤੀ ਲੱਗਦੀ ਹੋਵੇ, ਤਾਂ ਉਹਨੂੰ ਕਹਿੰਦੇ ਨੇ ਪ੍ਰਾਇਦਵੀਪ ਦਾ ਪਠਾਰ। ਅਤੇ ਇਸ ਤੋਂ ਇਲਾਵਾ ਤੱਟ ਦੇ ਮੈਦਾਨ, ਜਿਵੇਂ ਕਿ ਤੱਟ ਉਹਨੂੰ ਕਹਿੰਦੇ ਨੇ ਕਿ ਜੋ ਕਿ ਆਪਣੇ ਸਮੁੰਦਰ ਜਾਂ ਪਾਣੀ ਦੇ ਨਾਲ ਜੋ ਧਰਤੀ ਦਾ ਕਿਨਾਰਾ ਹੁੰਦਾ ਉਹਨੂੰ ਕਹਿੰਦਾ ਤੱਟ। ਅਤੇ ਅਗਲਾ ਹੈ ਜੀ ਭਾਰਤੀ ਦਵੀਪ, ਯਾਨੀ ਕਿ ਸਮੁੰਦਰ ਦੇ ਵਿੱਚ ਜੋ ਇਲਾਕੇ, ਧਰਤੀ ਦੇ ਇਲਾਕੇ, ਨਿੱਕੇ ਨਿੱਕੇ ਟਾਪੂ ਹੁੰਦੇ ਨੇ, ਉਹਨੂੰ ਕਹਿੰਦੇ ਨੇ ਦਵੀਪ। ਠੀਕ ਹੈ, ਅਤੇ ਆਪਾਂ ਅੱਜ ਜੋ ਸਟੱਡੀ ਕਰਨ ਜਾ ਰਹੇ ਹਾਂ ਉਹ ਹੈ ਹਿਮਾਲਿਆ ਪਰਬਤੀ ਖੇਤਰ, ਯਾਨੀ ਕਿ ਹਿਮਾਲਿਆ ਮਾਊਂਟੇਨ ਰੀਜਨ। ਹਿਮਾਲਿਆ ਪਰਬਤੀ ਖੇਤਰ, ਇਹ ਪਰਬਤੀ ਖੇਤਰ ਪੂਰਬੀ ਅਤੇ ਪੱਛਮੀ ਦਿਸ਼ਾ ਵਿੱਚ ਫੈਲਿਆ ਹੋਇਆ ਹੈ। ਇਸ ਵਿਸ਼ਾਲ ਪਰਬਤੀ ਖੇਤਰ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਪੱਛਮ ਵਿੱਚ ਕਸ਼ਮੀਰ ਤੱਕ 2400 ਕਿਲੋਮੀਟਰ ਦੀ ਲੰਬਾਈ ਤੱਕ ਫੈਲੇ ਹੋਏ ਹਨ। ਯਾਨੀ ਕਿ ਜੋ ਹਿਮਾਲਿਆ ਦਾ ਖੇਤਰ ਹੈ, ਆਪਣਾ ਹਿਮਾਲਿਆ ਜੋ ਪਹਾੜ ਹੈ, ਉਹ ਆਪਣੇ ਪੂਰਬ ਦੇ ਅੰਦਰ ਜੋ ਰਾਜ ਹੈ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਅਤੇ ਜੰਮੂ ਕਸ਼ਮੀਰ ਤੱਕ ਦੀ ਜਿਹੜੀ ਹੈ ਟੋਟਲ 2400 ਕਿਲੋਮੀਟਰ ਦੀ ਲੰਬਾਈ ਤੱਕ ਹਿਮਾਲਿਆ ਪਰਬਤ ਜਿਹੜਾ ਹੈ ਫੈਲਿਆ ਹੋਇਆ ਹੈ। ਅਤੇ ਇਹਨਾਂ ਪਰਬਤਾਂ ਦੀਆਂ ਚੌੜਾਈ ਜਿਹੜੀ ਹੈ ਕਿੰਨੀ ਹੈ? 240 ਕਿਲੋਮੀਟਰ ਤੋਂ ਲੈ ਕੇ 320 ਕਿਲੋਮੀਟਰ ਤੱਕ। ਜੋ ਮੇਨ ਡਾਟਾ ਹੈ ਉਹ ਇਹ ਹੈ ਕਿ ਪੂਰਬ ਤੋਂ ਪੱਛਮ ਤੱਕ ਟੋਟਲ 2400 ਕਿਲੋਮੀਟਰ ਦੀ ਲੰਬਾਈ ਹੈ ਕਿਹਦੀ? ਹਿਮਾਲਿਆ ਪਰਬਤੀ ਖੇਤਰ ਦੀ। ਇਹ ਤੁਸੀਂ ਡਾਟਾ ਯਾਦ ਰੱਖਣਾ। ਨੈਕਸਟ ਪੁਆਇੰਟ ਹੈ ਕਿ ਇਸ ਦੀ ਔਸਤ ਉਚਾਈ 5100 ਮੀਟਰ ਜਾਂ 17000 ਫੁੱਟ ਹੈ।
ਨੈਕਸਟ ਪੁਆਇੰਟ ਬਣਦਾ ਹੈ ਜਨਮ, ਯਾਨੀ ਕਿ ਆਪਣਾ ਹਿਮਾਲਿਆ ਪਰਬਤੀ ਖੇਤਰ ਜਿਹੜਾ ਹੈ ਉਹਦਾ ਜਨਮ ਕਿਸ ਤਰ੍ਹਾਂ ਹੋਇਆ, ਜਾਂ ਉਹਦਾ ਓਰੀਜਨ ਤੇ ਉਹਦੀ ਜਿਹੜੀ ਬਣਤਰ ਹੈ ਉਹ ਕਿਸ ਤਰ੍ਹਾਂ ਹੋਈ, ਕਿੰਨੇ ਸਾਲ ਪਹਿਲਾਂ ਜਿਹੜੀ ਹੈ ਸਟਾਰਟਿੰਗ ਹੋ ਗਈ ਸੀ। ਤਾਂ ਇਹਨਾਂ ਪਰਬਤੀ ਖੇਤਰਾਂ ਦਾ ਜਨਮ ਅੱਜ ਤੋਂ 400 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ। ਉਸ ਸਮੇਂ ਇਹਨਾਂ ਪਰਬਤੀ ਖੇਤਰਾਂ ਦੀ ਥਾਂ ਤੇ ਟੈਥਿਸ ਨਾਮ ਦਾ ਸਮੁੰਦਰ ਹੁੰਦਾ ਸੀ। ਉੱਤਰ ਵੱਲੋਂ ਤਿੱਬਤ ਦੀ ਪਠਾਰ ਅਤੇ ਦੱਖਣ ਵੱਲੋਂ ਦੱਖਣੀ ਪਠਾਰ ਧਰਤੀ ਦੀਆਂ ਅੰਦਰੂਨੀ ਸ਼ਕਤੀਆਂ ਦੇ ਕਾਰਨ ਇੱਕ ਦੂਜੇ ਵੱਲ ਵਧਣ ਲੱਗੇ, ਜਿਸ ਦੇ ਫਲਸਰੂਪ ਇਹਨਾਂ ਪਠਾਰਾਂ ਵਿਚਕਾਰ ਤਲਛਟ ਵਿੱਚ ਮੋੜ ਪੈ ਗਏ ਅਤੇ ਉਚਾਈ ਵੱਧਦੀ ਗਈ। ਅੱਜ ਵੀ ਇਹ ਪਰਬਤੀ ਖੇਤਰ ਉੱਚੇ ਉੱਠ ਰਹੇ ਹਨ। ਇਸ ਕਰਕੇ ਇਹ ਨਵਾਂ ਜਨਮਿਆ ਜਾਂ ਜਵਾਨ ਮੋੜਦਾਰ ਪਰਬਤ ਖੇਤਰ ਸਾਰਾ ਸਾਲ ਹਿਮ ਨਾਲ ਢੱਕਿਆ ਰਹਿਣ ਕਰਕੇ ਇਸ ਦਾ ਨਾਂ ਹਿਮਵਾਲਾ ਜਾਂ ਹਿਮਾਲਿਆ ਪੈ ਗਿਆ। ਤਾਂ ਦੇਖੋ ਜੋ ਬੇਸਿਕ ਜੋ ਨਿਚੋੜ ਹੈ ਇਸ ਪਹਿਰੇ ਦਾ ਉਹ ਕੀ ਹੈ ਕਿ ਜੋ ਆਪਣਾ ਹਿਮਾਲਿਆ ਪਰਬਤ ਅੱਜ ਜਿੱਥੇ ਸਥਿਤ ਹੈ ਨਾ, ਉੱਥੇ 400 ਲੱਖ ਸਾਲ ਪਹਿਲਾਂ ਕੀ ਸੀਗਾ, ਟੈਥਿਸ ਨਾਮ ਦਾ ਸਮੁੰਦਰ ਸੀ। ਕਿਹੜਾ? ਟੈਥਿਸ ਨਾਮ ਦਾ ਸਮੁੰਦਰ ਸੀ ਅੱਜ ਤੋਂ 400 ਲੱਖ ਸਾਲ ਪਹਿਲਾਂ। ਤੇ ਅੱਜ ਟੈਥਿਸ ਨਾਮ ਦਾ ਸਮੁੰਦਰ ਦਾ ਉੱਥੇ ਖਤਮ ਹੋ ਕੇ ਕੀ ਬਣ ਗਿਆ, ਹਿਮਾਲਿਆ ਪਹਾੜ। ਠੀਕ ਹੈ, ਤੇ ਹਿਮਾਲਿਆ ਪਹਾੜ ਕਿਸ ਤਰ੍ਹਾਂ ਬਣਿਆ ਕਿ ਧਰਤੀ ਦੇ ਅੰਦਰ, ਧਰਤੀ ਦੇ ਹੇਠਾਂ ਜੋ ਪਲੇਟਾਂ ਪਾਈ ਜਾਂਦੀਆਂ ਨੇ, ਤਾਂ ਅੱਜ ਤੋਂ 400 ਲੱਖ ਸਾਲ ਪਹਿਲਾਂ ਕੀ ਹੋਇਆ ਕਿ ਉਹਨਾਂ ਅੰਦਰ ਜਿਹੜੀ ਹੈ ਮੂਵਮੈਂਟ ਹੋਣੀ ਸਟਾਰਟ ਹੋਈ ਉਹਨਾਂ ਪਲੇਟਾਂ ਦੇ ਵਿੱਚ, ਜਿਹਦੇ ਵਿੱਚ ਧਰਤੀ ਦੇ ਦੋ ਹਿੱਸੇ ਜਿਹੜੇ ਨੇ ਆਪਸ ਦੇ ਵਿੱਚ ਕੋਲ ਆਉਣ ਲੱਗੇ। ਕਿਵੇਂ? ਤੁਸੀਂ ਇੱਥੇ ਦੇਖੋ ਕਿ ਜਿਵੇਂ ਮੰਨ ਲਓ ਇਹ ਇੱਕ ਧਰਤੀ ਦਾ ਹਿੱਸਾ ਹੈ ਤੇ ਇੱਕ ਹਿੱਸਾ ਇਹ ਹੈ। ਜਿਸ ਤਰ੍ਹਾਂ ਇਹਨਾਂ ਦੀ ਪਲੇਟਾਂ ਵਿੱਚ ਮੂਵਮੈਂਟ ਸ਼ੁਰੂ ਹੋਈ ਤਾਂ ਇਹ ਦੋਨੋਂ ਹਿੱਸੇ ਇੱਕ ਦੂਜੇ ਵੱਲ ਵੱਧਦੇ ਹੋਏ ਸ਼ੁਰੂ ਹੋ ਗਏ। ਜਿਸ ਤਰ੍ਹਾਂ ਇੱਕ ਦੂਜੇ ਕੋਲ ਆਉਂਦੇ ਗਏ ਤਾਂ ਆਪਸ ਦੇ ਵਿੱਚ ਟੱਕਰ ਹੋਣ ਕਰਕੇ ਇਹ ਹਿੱਸੇ ਜਿਹੜੇ ਨੇ ਇਸ ਤਰ੍ਹਾਂ ਉੱਪਰ ਦੀ ओर ਉੱਠ ਗਏ। ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਕਿਸੇ ਰੋਡ 'ਤੇ ਅਗਰ ਦੋ ਕਾਰਾਂ ਆਮਨੇ ਸਾਹਮਣੇ ਆ ਰਹੀਆਂ ਨੇ ਤੇ ਇੱਕ ਦੂਜੇ ਨਾਲ ਟਕਰਾ ਜਾਣ ਤਾਂ ਕੀ ਹੋਏਗਾ, ਦੋਵਾਂ ਕਾਰਾਂ ਦਾ ਜਿਹੜਾ ਬੋਨਟ ਵਾਲਾ ਹਿੱਸਾ ਹੈ ਉਹ ਉੱਪਰ ਦੀ ओर ਉੱਠ ਜਾਏਗਾ, ਹੈ ਨਾ। ਇਹ ਤੁਸੀਂ ਦੇਖਿਆ ਹੋਏਗਾ। ਤਾਂ ਇਸੇ ਤਰ੍ਹਾਂ ਜਿਹੜਾ ਹੈ ਧਰਤੀ ਦੀਆਂ ਪਲੇਟਾਂ ਦੀ ਮੂਵਮੈਂਟ ਕਰਕੇ ਦੋਨੋਂ ਧਰਤੀ ਦੇ ਹਿੱਸੇ ਜਿਹੜੇ ਨੇ ਆਪਸ ਟਕਰਾਏ ਤੇ ਉੱਪਰ ਦੀ ओर ਉੱਠ ਗਏ। ਤਾਂ ਇਹ ਜੋ ਹੈ ਹੌਲੀ ਹੌਲੀ ਉੱਪਰ ਦੀ ओर ਲਗਾਤਾਰ ਉੱਠਦੇ ਗਏ ਤਾਂ ਇਸੇ ਨੂੰ ਜਿਹੜਾ ਹੈ ਪਹਾੜ ਦਾ ਰੂਪ ਲੈ ਲਿਆ। ਤੇ ਕਿਹੜਾ ਪਹਾੜ ਜਿਹੜਾ ਹੈ ਬਣਿਆ, ਇਹ ਬਣਿਆ ਹਿਮਾਲਿਆ ਪਹਾੜ, ਜਿਹਨੂੰ ਕਿ ਨਵੀਨ ਪਰਬਤ, ਮੋੜਦਾਰ ਪਰਬਤ ਕਿਹਾ ਜਾਂਦਾ ਹੈ। ਤੇ ਸਾਰਾ ਸਾਲ ਜਿਹੜਾ ਹੈ ਇਹ ਬਰਫ਼ ਨਾਲ ਢੱਕਿਆ ਰਹਿੰਦਾ, ਇਸ ਕਰਕੇ ਇਹਨੂੰ ਹਿਮਾਲਿਆ ਜਾਂ ਹਿਮਵਾਲਾ ਵੀ ਕਹਿ ਦਿੰਦੇ ਨੇ। ਨੈਕਸਟ ਪੁਆਇੰਟ ਜੀ ਵਰਗੀਕਰਨ ਜਾਂ ਵੰਡ, ਯਾਨੀ ਕਿ ਹਿਮਾਲਿਆ ਪਰਬਤ ਜਿਹੜਾ ਹੈ ਇਹਦੀ ਉਚਾਈ ਦੇ ਆਧਾਰ 'ਤੇ, ਹਾਈਟ ਦੇ ਅਕੋਰਡਿੰਗ ਇਹਨੂੰ ਜਿਹੜਾ ਹੈ ਵੰਡਿਆ ਗਿਆ ਹੈ। ਠੀਕ ਹੈ, ਤਾਂ ਹੁਣ ਪੜ੍ਹਦੇ ਹਾਂ ਕਿ ਉਚਾਈ ਦੇ ਆਧਾਰ 'ਤੇ ਹਿਮਾਲਿਆ ਦੀਆਂ ਪਰਬਤ ਸ਼੍ਰੇਣੀਆਂ ਨੂੰ ਉੱਤਰ ਤੋਂ ਦੱਖਣ ਦਿਸ਼ਾ ਵੱਲ 5 ਉਪ ਭਾਗਾਂ ਵਿੱਚ ਵੰਡਿਆ ਗਿਆ। ਕਿੰਨੇ? 5 ਉਪ ਭਾਗਾਂ 'ਚ। ਠੀਕ ਹੈ, ਹੁਣ ਤੁਸੀਂ ਦੇਖੋ ਕਿ ਮੰਨ ਲਓ ਇਹ ਹਿਮਾਲਿਆ ਪਰਬਤ ਹੈ, ਜਿਵੇਂ ਕਿ ਆਹ ਹਿਮਾਲਿਆ ਪਰਬਤ ਹੈ, ਤਾਂ ਇਹ ਜੋ ਇਹਦੀ ਹਾਈਟ ਹੈ ਇਹ ਵਾਲੀ, ਇਹਨੂੰ ਇੱਕ ਨਾਮ ਦੇ ਦਿੱਤਾ ਗਿਆ। ਇੱਥੋਂ ਇਹਨੂੰ ਵੰਡਤਾ, ਜਿਹੜਾ ਇਹ ਵਾਲਾ ਹਿੱਸਾ ਹੈ ਇਹਨੂੰ ਇੱਕ ਅਲੱਗ ਨਾਮ ਦਿੱਤਾ ਗਿਆ। ਇੱਥੋਂ ਵੰਡਤਾ ਤਾਂ ਇਹ ਜੋ ਹਿੱਸਾ ਹੈ ਇਹਨੂੰ ਅਲੱਗ ਨਾਮ ਦਿੱਤਾ ਗਿਆ ਤੇ ਇਹ ਜੋ ਹਿੱਸਾ ਹੈ ਇਹਨੂੰ ਅਲੱਗ ਨਾਮ ਦਿੱਤਾ ਗਿਆ। ਇਸੇ ਤਰ੍ਹਾਂ ਜਿਹੜੇ ਨੇ ਹਿਮਾਲਿਆ ਨੂੰ ਉਚਾਈ ਦੇ ਆਧਾਰ 'ਤੇ 5 ਅਲੱਗ-ਅਲੱਗ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਉਹਨੂੰ 5 ਅਲੱਗ-ਅਲੱਗ ਨਾਮ ਦਿੱਤੇ ਗਏ। ਤਾਂ ਪੰਜੋਂ ਨਾਮ ਕੀ ਨੇ? ਜੋ ਸਭ ਤੋਂ ਉੱਚਾ ਹੈ ਉਹਨੂੰ ਕਹਿ ਦਿੱਤਾ ਟਰਾਂਸ ਹਿਮਾਲਿਆ, ਉਸ ਤੋਂ ਬਾਅਦ ਮਹਾਨ ਹਿਮਾਲਿਆ, ਛੋਟਾ ਹਿਮਾਲਿਆ, ਬਾਹਰੀ ਹਿਮਾਲਿਆ ਤੇ ਪਹਾੜੀ ਸ਼ਾਖਾਵਾਂ। ਜੋ ਮੇਨ ਨੇ ਉਹ 4 ਹੀ ਨੇ, ਟਰਾਂਸ, ਮਹਾਨ, ਛੋਟਾ ਤੇ ਬਾਹਰੀ। ਠੀਕ ਹੈ ਜੀ। ਇਹ ਜੋ ਪਹਾੜੀ ਸ਼ਾਖਾਵਾਂ ਹੋ ਗਈਆਂ ਤਾਂ ਬਿਲਕੁਲ ਛੋਟੀ ਛੋਟੀਆਂ ਪਹਾੜੀਆਂ ਰਹਿ ਗਈਆਂ, ਬਿਲਕੁਲ ਨਾਮ ਮਾਤਰ ਨੇ, ਜੋ ਕਿ ਹੁਣ ਲਗਭਗ ਖਤਮ ਹੁੰਦੀ ਜਾਂਦੀਆਂ ਨੇ। ਆਪਣੇ ਜਿਹੜੇ ਨੇ 4 ਹੀ ਮੇਨ ਨੇ, ਇਹਨਾਂ ਨੂੰ ਆਪਾਂ ਹੁਣ ਸਟੱਡੀ ਕਰਾਂਗੇ। ਤਾਂ ਪਹਿਲਾ ਹੈ ਜੀ ਟਰਾਂਸ ਹਿਮਾਲਿਆ। ਟਰਾਂਸ ਹਿਮਾਲਿਆ ਪਰਬਤ ਦੀਆਂ ਇਹ ਵਿਸ਼ਾਲ ਪਰਬਤ ਸ਼੍ਰੇਣੀਆਂ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਪਾਮੀਰ ਦੀ ਗੰਢ ਤੋਂ ਉੱਤਰ ਪੂਰਬੀ ਦਿਸ਼ਾ ਵਿੱਚ ਸਮਾਂਤਰ ਫੈਲੀਆਂ ਹੋਈਆਂ ਹਨ। ਇਹਨਾਂ ਦਾ ਜ਼ਿਆਦਾ ਭਾਗ ਤਿੱਬਤ ਵਿੱਚ ਹੋਣ ਕਰਕੇ ਇਹਨਾਂ ਨੂੰ ਤਿੱਬਤੀ ਹਿਮਾਲਿਆ ਵੀ ਕਹਿ ਦਿੱਤਾ ਜਾਂਦਾ ਹੈ। ਯਾਨੀ ਕਿ ਜਿਹੜਾ ਟਰਾਂਸ ਹਿਮਾਲਿਆ ਹੈ, ਸਭ ਤੋਂ ਉੱਚਾ ਜਿਹੜਾ ਹਿਮਾਲਿਆ ਦਾ ਪੋਰਸ਼ਨ ਹੈ, ਉਹਦਾ ਲਗਭਗ ਜਿਹੜਾ ਭਾਗ ਹੈ, ਜ਼ਿਆਦਾਤਰ ਭਾਗ ਆਪਣੇ ਤਿੱਬਤ ਵੱਲ ਨੂੰ ਪੈਂਦਾ ਹੈ। ਇਸ ਕਰਕੇ ਇਸ ਨੂੰ ਟਰਾਂਸ ਹਿਮਾਲਿਆ ਨੂੰ ਤਿੱਬਤ ਦਾ ਪਹਾੜ ਜਾਂ ਫਿਰ ਤਿੱਬਤ ਹਿਮਾਲਿਆ ਵੀ ਕਹਿ ਦਿੱਤਾ ਜਾਂਦਾ ਹੈ। ਇਹਦੀ ਕੁੱਲ ਲੰਬਾਈ ਕਿੰਨੀ ਹੈ? 970 ਕਿਲੋਮੀਟਰ ਤੇ ਔਸਤ ਉਚਾਈ ਹੈ 6100 ਮੀਟਰ। ਠੀਕ ਹੈ, 6100 ਮੀਟਰ ਜਿਹੜੀ ਹੈ ਆਪਣੇ ਟਰਾਂਸ ਹਿਮਾਲਿਆ ਦੀ ਔਸਤ ਉਚਾਈ ਹੈ। ਤੇ ਜਿਵੇਂ ਜਿਵੇਂ ਆਪਾਂ ਹੁਣ ਅੱਗੇ ਨੀਚੇ ਆਉਂਦੇ ਜਾਵਾਂਗੇ ਤਾਂ ਇਹਦੀ ਜਿਹੜੀ ਉਚਾਈ ਹੈ ਉਹ ਘਟਦੀ ਜਾਏਗੀ। ਜਿਵੇਂ ਟਰਾਂਸ ਹਿਮਾਲਿਆ ਦੀ 6100 ਹੈ ਤਾਂ ਮਹਾਨ ਹਿਮਾਲਿਆ ਦੀ ਥੋੜ੍ਹੀ ਘੱਟ ਹੋ ਜਾਏਗੀ ਤੇ ਛੋਟਾ ਹਿਮਾਲਿਆ ਦੀ ਉਸ ਤੋਂ ਹੋਰ ਘੱਟ ਹੋ ਜਾਏਗੀ। ਠੀਕ ਹੈ, ਨੈਕਸਟ ਪੁਆਇੰਟ ਹੈ ਜਾਸਕਰ, ਕਰਾਕੋਲਮ, ਲੱਦਾਖ, ਕੈਲਾਸ਼ ਮੁੱਖ ਪਰਬਤੀ ਲੜੀਆਂ ਹਨ। ਮਾਊਂਟ K2 ਜਾਂ ਗੋਡਵਿਨ ਆਸਟਿਨ 8611 ਮੀਟਰ ਇਸ ਖੇਤਰ ਦੀ ਸਭ ਤੋਂ ਉੱਚੀ ਅਤੇ ਪ੍ਰਿਥਵੀ ਦੀ ਦੂਸਰੀ ਉੱਚੀ ਚੋਟੀ ਹੈ। ਦੇਖੋ ਇਹ ਜੋ ਪੁਆਇੰਟ ਹੈ ਨਾ, ਇਹ ਇੰਪੋਰਟੈਂਟ ਹੈ ਇਹ ਵਾਲਾ, ਕਿ ਮਾਊਂਟ ਐਵਰੈਸਟ, ਮਾਊਂਟ K2 ਤੇ ਗੋਡਵਿਨ ਆਸਟਿਨ, ਜੋ ਕਿ ਇਹਦੀ ਕਿੰਨੀ ਉਚਾਈ ਹੈ 8611 ਮੀਟਰ। ਇਹ ਡਾਟਾ ਤੁਸੀਂ ਯਾਦ ਕਰਨਾ ਹੈ
कि ਗੋਡਵਿਨ ਆਸਟਿਨ ਦੀ ਉਚਾਈ ਕਿੰਨੀ ਹੈ 8611 ਮੀਟਰ। ਤੇ ਇਹ ਜੋ K2 ਚੋਟੀ ਹੈ ਇਹ ਪੂਰੀ ਦੀ ਪੂਰੀ ਆਪਣੀ ਪ੍ਰਿਥਵੀ ਦੀ ਸੈਕਿੰਡ ਹਾਈਐਸਟ ਪੀਕ ਹੈ। ਕਿੰਨਵੀਂ ਸੈਕਿੰਡ ਹਾਈਐਸਟ ਪੀਕ ਜੋ ਕਿ ਟਰਾਂਸ ਹਿਮਾਲਿਆ ਵਿੱਚ ਪਾਈ ਜਾਂਦੀ ਹੈ। ਤੇ ਫਸਟ ਨੰਬਰ ਤੇ ਜੋ ਹਾਈਐਸਟ ਪੀਕ ਹੈ ਪੂਰੀ ਵਰਲਡ ਦੀ ਉਹ ਹੈ ਆਪਣੀ ਮਾਊਂਟ ਐਵਰੈਸਟ। ਕੀ ਹੈ ਮਾਊਂਟ ਐਵਰੈਸਟ। ਨੈਕਸਟ ਪੁਆਇੰਟ ਹੈ ਮਹਾਨ ਹਿਮਾਲਿਆ। ਟਰਾਂਸ ਹਿਮਾਲਿਆ ਦਾ ਹੈ ਆਪਣਾ ਤੇ ਕਵਰ ਹੁੰਦਾ ਹੈ। ਟਰਾਂਸ ਹਿਮਾਲਿਆ ਦੇ ਵਿੱਚ ਜੋ ਮੇਨ ਪੁਆਇੰਟ ਬੰਦੇ ਨੇ ਇਹੀ ਕਿ ਇਹਨੂੰ ਲੱਦਾਖ ਆਪਣਾ ਤਿੱਬਤੀ ਹਿਮਾਲਿਆ ਵੀ ਕਿਹਾ ਜਾਂਦਾ ਹੈ। ਤੇ ਇਹਦੀ ਜਿਹੜੀ ਔਸਤ ਉਚਾਈ ਹੈ 6100 ਮੀਟਰ ਹੈ। ਠੀਕ ਹੈ। ਤੇ ਇਹਦੇ ਵਿੱਚ ਮਾਊਂਟ K2 ਜਾਂ ਗੋਡਵਿਨ ਆਸਟਿਨ ਨਾਮ ਦੀ ਪਹਾੜੀ ਹੈ ਜੋ ਕਿ ਦੂਜੇ ਨੰਬਰ ਤੇ ਸਭ ਤੋਂ ਉੱਚੀ ਹੈ ਤੇ 8611 ਮੀਟਰ ਇਹਦੀ ਉਚਾਈ ਹੈ। ਨੈਕਸਟ ਹੈ ਜੀ ਮਹਾਨ ਹਿਮਾਲਿਆ। ਹਿਮਾਲਿਆ ਖੇਤਰ ਦੇ ਇਸ ਉਪ ਭਾਗ ਨੂੰ ਹਿਮਾਦਰੀ, ਅੰਦਰੂਨੀ ਹਿਮਾਲਿਆ ਜਾਂ ਕੇਂਦਰੀ ਹਿਮਾਲਿਆ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਹਦੇ ਅਲੱਗ-ਅਲੱਗ ਨਾਮ ਨੇ। ਕੀ ਹੈ ਹਿਮਾਦਰੀ ਕਹਿਤਾ, ਅੰਦਰੂਨੀ ਹਿਮਾਲਿਆ ਜਾਂ ਕੇਂਦਰੀ ਹਿਮਾਲਿਆ। ਨੈਕਸਟ ਪੁਆਇੰਟ ਹੈ ਇਸ ਪਰਬਤੀ ਸ਼੍ਰੇਣੀ ਦੀ ਲੰਬਾਈ 2400 ਕਿਲੋਮੀਟਰ ਅਤੇ ਉਚਾਈ 6000 ਮੀਟਰ ਜਾਂ 20000 ਫੁੱਟ ਹੈ। ਹੁਣ ਤੁਸੀਂ ਵੇਖੋਗੇ ਕਿ ਟਰਾਂਸ ਹਿਮਾਲਿਆ ਦੀ ਔਸਤ ਉਚਾਈ ਕਿੰਨੀ ਸੀਗੀ 6100 ਮੀਟਰ ਤੇ ਆਪਣੇ ਹੁਣ ਮਹਾਨ ਹਿਮਾਲਿਆ ਕਿੰਨੀ ਰਹਿ ਗਈ 6000 ਮੀਟਰ ਘਟ ਗਈ ਨਾ। ਇਸੇ ਤਰ੍ਹਾਂ ਹੁਣ ਜਿਹੜੀ ਉਚਾਈ ਹੈ ਇਹ ਹੌਲੀ ਹੌਲੀ ਘਟਦੀ ਜਾਏਗੀ। ਨੈਕਸਟ ਪੁਆਇੰਟ ਹੈ ਸੰਸਾਰ ਦੀਆਂ ਕੁਝ ਉੱਚੀਆਂ ਚੋਟੀਆਂ। ਸੰਸਾਰ ਦੀਆਂ ਕੁਝ ਉੱਚੀਆਂ ਚੋਟੀਆਂ ਇਸ ਸ਼੍ਰੇਣੀ ਵਿੱਚ ਮਿਲਦੀਆਂ ਹਨ ਜਿਵੇਂ ਮਾਊਂਟ ਐਵਰੈਸਟ ਹੈ, ਕੰਚਨਜੰਗਾ, ਮੈਕਾਲੂ, ਧੌਲਗਿਰੀ, ਨਾਗਾ ਪਰਬਤ, ਅੰਨਪੂਰਨਾ, ਨੰਦਾ ਦੇਵੀ, ਨਾਮਚਾਵਰਬਾ। ਦੇਖੋ ਇਹ ਮੇਨ ਪੁਆਇੰਟ ਨਹੀਂ ਹੈ। ਤੁਸੀਂ ਸਿਰਫ ਧਿਆਨ ਰੱਖਣਾ ਹੈ ਕਿ ਇਹ ਜੋ ਲਗਭਗ ਪਹਾੜੀਆਂ ਨੇ ਆਪਣੇ ਮਹਾਨ ਹਿਮਾਲਿਆ ਖੇਤਰ ਵਿੱਚ ਪਾਈ ਜਾਂਦੀਆਂ ਹੈ। ਅਤੇ ਇਹਦੇ ਜਿਹੜਾ ਮੇਨ ਪੁਆਇੰਟ ਹੈ ਉਹ ਹੈ ਜੀ ਮਾਊਂਟ ਐਵਰੈਸਟ ਦਾ। ਦੇਖੋ ਕਿਹੜਾ ਹੈ ਮਾਊਂਟ ਐਵਰੈਸਟ। ਤਾਂ ਮਾਊਂਟ ਐਵਰੈਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਉਚਾਈ 8598 ਮੀਟਰ ਹੈ। ਕਿੰਨੀ 8598 ਮੀਟਰ। ਇਹ ਡਾਟਾ ਤੁਸੀਂ ਯਾਦ ਰੱਖਣਾ ਹੈ। ਕੁਐਸਚਨ ਬਣ ਸਕਦਾ ਹੈ ਕਿ ਮਾਊਂਟ ਐਵਰੈਸਟ ਦੀ ਔਸਤ ਉਚਾਈ ਦੱਸੋ ਤਾਂ ਆਪਸ਼ਨ 'ਚ ਕਿੰਨਾ ਹੋਏਗਾ 8598 ਮੀਟਰ। ਨੈਕਸਟ ਹੈ ਜੀ ਮਹਾਨ ਹਿਮਾਲਿਆ ਦੀਆਂ ਪਰਬਤ ਸ਼੍ਰੇਣੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿਣ ਕਰਕੇ ਹਿਮ ਸ਼੍ਰੇਣੀਆਂ ਖਵਾਉਂਦੀਆਂ ਹਨ। ਠੀਕ ਹੈ। ਸਮਝ ਗਏ ਹੋਣਗੇ ਕਿ ਮਹਾਨ ਹਿਮਾਲਿਆ ਜਿਹੜਾ ਹੈ ਜ਼ਿਆਦਾਤਰ ਬਰਫ਼ ਨਾਲ ਹੀ ਢੱਕਿਆ ਰਹਿੰਦਾ ਸਾਰਾ ਸਾਲ, ਇਸ ਕਰਕੇ ਇਹਨਾਂ ਨੂੰ ਹਿਮ ਸ਼੍ਰੇਣੀਆਂ ਵੀ ਕਹਿੰਦੇ ਨੇ। ਤੇ ਮਾਊਂਟ ਐਵਰੈਸਟ ਕੋ ਨੇਪਾਲ ਮੇਂ ਸਾਗਰ ਮਾਥਾ ਕਿਹਾ ਜਾਂਦਾ ਹੈ। ਠੀਕ ਹੈ। ਤਾਂ ਮਾਊਂਟ ਐਵਰੈਸਟ ਦਾ ਹੀ ਦੂਜਾ ਨਾਮ ਕੀ ਹੋ ਗਿਆ ਸਾਗਰ ਮਾਥਾ। ਕਿਹੜੇ ਇਲਾਕੇ 'ਚ ਨੇਪਾਲ 'ਚ। ਤਾਂ ਨੇਪਾਲ ਦੇ ਲੋਕ ਜਿਹੜੇ ਨੇ ਮਾਊਂਟ ਐਵਰੈਸਟ ਨੂੰ ਸਾਗਰ ਮਾਥਾ ਵੀ ਕਹਿੰਦੇ ਨੇ। ਇਹ ਇਹਦਾ ਦੂਜਾ ਨਾਮ ਹੈ। ਨੈਕਸਟ ਹੈ ਛੋਟਾ ਹਿਮਾਲਿਆ। ਤਾਂ ਛੋਟਾ ਹਿਮਾਲਿਆ ਇਸ ਦੀ ਔਸਤ ਉਚਾਈ 3500 ਤੋਂ ਲੈ ਕੇ 5000 ਮੀਟਰ ਤੱਕ ਹੈ। ਕਿੰਨੀ 3500 ਤੋਂ 5000। ਇਹ ਤੁਸੀਂ ਯਾਦ ਰੱਖਣਾ ਡਾਟਾ ਕਿ ਟਰਾਂਸ ਹਿਮਾਲਿਆ ਉਹਦੀ ਕਿੰਨੀ ਸੀਗੀ 6100 ਮੀਟਰ। ਫਿਰ ਆਇਆ ਮਹਾਨ ਹਿਮਾਲਿਆ ਉਹਦੀ ਕਿੰਨੀ ਸੀਗੀ ਉਹਦੀ ਸੀ ਆਪਣੀ 6000 ਮੀਟਰ। ਅਤੇ ਇਹਦੀ ਹੈ 3500 ਤੋਂ ਲੈ ਕੇ 5000 ਮੀਟਰ ਛੋਟੇ ਹਿਮਾਲਿਆ ਦੀ। ਇਸ ਵਿੱਚ ਪਾਈ ਜਾਣ ਵਾਲੀਆਂ ਪਰਬਤੀ ਸ਼੍ਰੇਣੀਆਂ ਕਸ਼ਮੀਰ ਵਿੱਚ ਪੀਰ ਪੰਜਾਲ ਅਤੇ ਨਾਗਟਿੱਬਾ, ਹਿਮਾਚਲ ਵਿੱਚ ਧੌਲਾਧਰ ਅਤੇ ਕਮਾਊ, ਨੇਪਾਲ ਵਿੱਚ ਮਹਾਭਾਰਤ, ਉੱਤਰ ਪ੍ਰਦੇਸ਼ ਵਿੱਚ ਕਮਾਊ ਅਤੇ ਮਸੂਰੀ ਹਨ। ਦੇਖੋ ਇਹ ਪੁਆਇੰਟ ਕੋਈ ਨਾ ਖਾਸ ਨਹੀਂ ਹੈ। ਨੈਕਸਟ ਹੈ ਇਸ ਖੇਤਰ ਵਿੱਚ ਕਸ਼ਮੀਰ ਘਾਟੀ, ਕਾਂਗੜਾ ਘਾਟੀ, ਕੁੱਲੂ ਘਾਟੀ, ਭਾਗੀਰਥੀ ਘਾਟੀ ਅਤੇ ਮੰਦਾਕਿਨੀ ਘਾਟੀ ਆਦਿ ਮਿਲਦੀਆਂ ਹਨ। ਤਾਂ ਦੇਖੋ ਇਹ ਜੋ ਘਾਟੀਆਂ ਨੇ ਇਹ ਇੰਪੋਰਟੈਂਟ ਹੈ। ਕੁਐਸਚਨ ਇਹ ਬਣ ਸਕਦਾ ਕਿ ਕਸ਼ਮੀਰ ਘਾਟੀ ਹਿਮਾਲਿਆ ਦੇ ਕਿਹੜੇ ਹਿੱਸੇ ਵਿੱਚ ਪਾਈ ਜਾਂਦੀ ਹੈ। ਤਾਂ ਛੋਟੇ ਹਿਮਾਲਿਆ 'ਚ ਕਸ਼ਮੀਰ ਘਾਟੀ, ਕਾਂਗੜਾ ਘਾਟੀ ਅਤੇ ਕੁੱਲੂ ਘਾਟੀ ਇਹ ਤਿੰਨੋਂ ਘਾਟੀਆਂ ਜਿਹੜੀਆਂ ਨੇ ਇੰਪੋਰਟੈਂਟ ਹੈ। ਨੈਕਸਟ ਪੁਆਇੰਟ ਹੈ ਇਸ ਖੇਤਰ ਵਿੱਚ ਸ਼ਿਮਲਾ, ਸ਼੍ਰੀਨਗਰ, ਮਸੂਰੀ, ਨੈਨੀਤਾਲ, ਦਾਰਜਲਿੰਗ ਅਤੇ ਚਕਰਾਤਾ ਆਦਿ ਚੰਗੇ ਸਿਹਤ ਦੇ ਸੈਰ ਸਪਾਟਾ ਕੇਂਦਰ ਹਨ। ਯਾਨੀ ਕਿ ਜਿੰਨੇ ਵੀ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਵਾਲੇ ਸਥਾਨ ਨੇ ਜਿਵੇਂ ਸ਼ਿਮਲਾ ਹੋ ਗਿਆ, ਸ਼੍ਰੀਨਗਰ, ਮਸੂਰੀ, ਨੈਨੀਤਾਲ, ਦਾਰਜਲਿੰਗ ਅਤੇ ਚਕਰਾਤਾ ਇਹ ਜਿਹੜੇ ਨੇ ਇਲਾਕੇ ਆਪਣੇ ਛੋਟੇ ਹਿਮਾਲਿਆ ਦੇ ਖੇਤਰ ਵਿੱਚ ਪੈਂਦੇ ਨੇ। ਠੀਕ ਹੈ। ਨੈਕਸਟ ਪੁਆਇੰਟ ਹੈ ਬਾਹਰੀ ਹਿਮਾਲਿਆ। ਕਿਹੜਾ ਬਾਹਰੀ ਹਿਮਾਲਿਆ। ਇਸ ਪਰਬਤੀ ਖੇਤਰ ਨੂੰ ਸ਼ਿਵਾਲਿਕ ਸ਼੍ਰੇਣੀ ਵੀ ਕਿਹਾ ਜਾਂਦਾ। ਕਿਹੜਾ ਸ਼ਿਵਾਲਿਕ ਸ਼੍ਰੇਣੀ। ਇਸ ਦੀ ਔਸਤ ਉਚਾਈ ਕ੍ਰਮਵਾਰ 900 ਤੋਂ 1200 ਮੀਟਰ ਤੱਕ ਹੈ। ਕਿੰਨੀ ਵੀ 900 ਤੋਂ 1200 ਮੀਟਰ। ਤਾਂ ਪਹਿਲਾਂ ਮੈਂ ਪੜ੍ਹੀ ਸੀ ਸਭ ਤੋਂ ਉੱਚੀ ਕਿੰਨੀ ਉਚਾਈ ਕਿੰਨੀ ਸੀਗੀ 6100 ਮੀਟਰ। ਫਿਰ ਉਹ ਘਟਦੀ ਹੋਈ ਆ ਗਈ 6000 'ਤੇ, ਫਿਰ 3500 ਤੋਂ ਲੈ ਕੇ 4500 ਅਤੇ ਹੁਣ ਆ ਗਈ 900 ਤੋਂ 1200 ਮੀਟਰ। ਠੀਕ ਹੈ। ਤਾਂ ਜਿਹੜਾ ਬਾਹਰੀ ਹਿਮਾਲਿਆ ਹੈ ਇਹਨੂੰ ਜਿਹੜਾ ਹੈ ਸ਼ਿਵਾਲਿਕ ਸ਼੍ਰੇਣੀ ਜਾਂ ਸ਼ਿਵਾਲੀ ਦੀ ਪਹਾੜੀਆਂ ਵੀ ਕਹਿ ਦਿੱਤਾ ਜਾਂਦਾ। ਨੈਕਸਟ ਜੀ ਪਹਾੜੀ ਸ਼ਾਖਾਵਾਂ। ਹਿਮਾਲਿਆ ਪਰਬਤ ਸ਼੍ਰੇਣੀਆਂ ਪੂਰਬੀ ਅਤੇ ਪੱਛਮੀ ਸਿਰਿਆਂ 'ਤੇ ਜਾ ਕੇ ਉੱਤਰ ਦੱਖਣੀ ਹਿੱਸਾ ਗ੍ਰਹਿਣ ਕਰ ਲੈਂਦੀਆਂ ਹਨ। ਇਸ ਸਿਰਿਆਂ 'ਤੇ ਮਿਲਣ ਵਾਲੀਆਂ ਪਹਾੜੀਆਂ ਨੂੰ ਕ੍ਰਮਵਾਰ ਪੂਰਬੀ ਅਤੇ ਪੱਛਮੀ ਸ਼ਾਖਾਵਾਂ ਕਹਿ ਦਿੱਤਾ ਜਾਂਦਾ ਹੈ। ਦੇਖੋ ਇਹ ਕੋਈ ਪੁਆਇੰਟ ਇੰਨਾ ਖਾਸ ਨਹੀਂ ਹੈ। ਆਪਾਂ ਜੋ ਉੱਪਰ ਪੜ੍ਹਿਆ ਉਹ ਸਾਰਾ ਇੰਪੋਰਟੈਂਟ ਹੈ। ਅਤੇ ਇਹ ਜੋ PDF ਹੈ ਤੁਹਾਨੂੰ ਹੁਣੇ ਟੈਲੀਗ੍ਰਾਮ ਚੈਨਲ 'ਤੇ ਜਿਹੜਾ ਹੈ ਮੈਂ ਇਹਨੂੰ
ਸੈਂਡ ਕਰ ਦਿਆਂਗਾ, ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਜੇ। ਤਾਂ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਹੈ ਇਹਦੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਗਿਆ ਹੈ, ਲਿੰਕ 'ਤੇ ਕਲਿੱਕ ਕਰਕੇ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ। ਅਤੇ ਇਸੇ ਦੇ ਨਾਲ ਸਤਲੁਜ ਆਨਲਾਈਨ ਕਲਾਸਿਸ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਦਬਾ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਕਲਾਸ ਤੁਹਾਨੂੰ ਮਿਲ ਸਕੇ। ਧੰਨਵਾਦ।